3.3 ਐਕਸਰਸਾਈਜ਼ ਦਾ ਬੇਟਾ ਜਿਹੜਾ ਆਪਾਂ ਲਾਸਟ ਸਮ ਕੀਤਾ ਸੀ 10th ਜਿਹਨੂੰ ਮੈਂ ਤੁਹਾਨੂੰ ਬਹੁਤ ਇੰਪੋਰਟੈਂਟ ਕਰਕੇ ਕਿਹਾ ਉਹਦੇ ਵਰਗੀ ਬਿਲਕੁਲ ਐਗਜ਼ਾਮਪਲ ਹੈ ਐਗਜ਼ਾਮਪਲ 22 ਬੱਚੋ ਮੈਂ ਤੁਹਾਨੂੰ ਉਹ ਜਿਹੜਾ ਸਮ ਕਹ ਲਓ ਕਿ ਰਿਵਾਈਜ਼ ਕਰਵਾ ਰਿਹਾ 10th ਸਮ ਐਕਸਰਸਾਈਜ਼ 3.3 ਦਾ ਬੱਚੋ ਇੱਕ ਮੈਟ੍ਰਿਕਸ ਗਿਵਨ ਹੈ B 3 rows 3 column square matrix है we have to express as the sum of symmetric and skew symmetric B matrix ਨੂੰ ਦੋ ਹਿੱਸਿਆਂ 'ਚ ਬ੍ਰੇਕ ਕਰਕੇ ਦਿਖਾਣਾ one part should be symmetric and other skew symmetric ਜਿੱਦਾਂ ਬੇਟਾ ਤੁਹਾਨੂੰ ਮੋਡਰਨ ਸਟੈਪ ਐਕਸਪਲੇਨ ਕੀਤੇ ਹੀ ਸਾਰੇ ਮੈਂ ਰਿਵਾਈਜ਼ ਕਰਾ ਰਿਹਾ ਕੋਈ ਵੀ ਜਿਹੜੀ ਮੈਟ੍ਰਿਕਸ ਗਿਵਨ ਹੋਏਗੀ ਸਭ ਤੋਂ ਪਹਿਲੇ ਆਪਾਂ ਉਹਦਾ ਟਰਾਂਸਪੋਜ਼ ਫਾਈਂਡ ਕਰ ਲੈਣਾ ਟਰਾਂਸਪੋਜ਼ ਤੁਹਾਨੂੰ ਪਤਾ ਬੱਚੋ ਕਿੱਦਾਂ ਰੋਜ਼ ਨੂੰ ਕਾਲਮ 'ਚ ਚੇਂਜ ਕਰ ਲੈਣਾ ਨੈਕਸਟ ਹੈ ਬੱਚੋ B plus B dash ਜੇ ਮੈਟ੍ਰਿਕਸ ਦਾ ਨਾਂ ਇਹ ਹੋਏਗਾ ਨੈਚੁਰਲੀ A plus A dash ਇਹੀ ਲਿਖਾਂਗੇ ਉਹਨੂੰ B plus B dash ਕਰ ਲੈਣਾ ਉਹਨੂੰ ਹਾਫ ਨਾਲ ਦੋਨੋਂ ਸਾਈਡਸ ਤੇ ਮਲਟੀਪਲਾਈ ਕਰ ਲੈਣਾ ਔਰ ਉਹਨੂੰ ਨੰਬਰ ਮੈਂ ਉਦੋਂ ਵੀ ਕਿਹਾ ਸੀਗਾ ਨੰਬਰ 1 ਪਾ ਕੇ ਆਪਾਂ ਇਹਨੂੰ ਛੱਡ ਦੇਣਾ ਬੱਚੋ ਇਹ ਜਿਹੜਾ ਆਪਾਂ ਤਿਆਰ ਕੀਤਾ ਹਾਫ ਆਫ B plus B dash ਇਹ ਸਾਡਾ ਇੱਕ ਪਾਰਟ ਤਿਆਰ ਹੋ ਗਿਆ ਬਟ ਵੀ ਹੈਵ ਟੂ ਸ਼ੋ ਕਿ ਜਿਹੜਾ ਇਹ ਪਾਰਟ ਤਿਆਰ ਹੋਇਆ ਇਹ ਸਿਮੈਟ੍ਰਿਕ ਹੈ ਉਹਦੇ ਲਈ ਬੱਚੋ ਮੈਂ ਉਸ ਹਾਫ ਆਫ B plus B dash ਨੂੰ ਨਾਮ ਦੇ ਦਿੱਤਾ P ਦਾ ਓਕੇ ਲੈਟ ਕਰ ਲਿਆ P ਹੁਣ ਬੱਚੋ ਮੈਂ ਉਹਦਾ ਟਰਾਂਸਪੋਜ਼ ਫਾਈਂਡ ਕਰਾਂਗਾ ਮਤਲਬ ਕਿ P dash ਫਾਈਂਡ ਕਰਾਂਗਾ ਬਾਈ ਚੇਂਜਿੰਗ ਰੋਜ਼ ਟੂ ਕਾਲਮ ਫਸਟ ਰੋ ਦੇ ਫੋਕਸ ਕਰੋ 4 3 ਇਹ ਬੱਚੋ ਤੁਹਾਡਾ 4 3 ਇਹ ਫਸਟ ਕਾਲਮ ਬਣ ਜਾਏਗਾ -3 6 2 सेकंड रो है वो सेकंड कॉलम हो गया और -3 2 6 थर्ड रो है वो ਤੁਹਾਡਾ थर्ड कॉलम हो गया और बच्चों ਤੁਸੀਂ ਨੋਟ ਕਰੋਗੇ ਕਿ ਜਦੋਂ ਮੈਂ ਇਹਨੂੰ ਰੋਜ਼ ਨੂੰ ਕਾਹਦੇ 'ਚ ਚੇਂਜ ਕੀਤਾ ਕਾਲਮ 'ਚ ਵੀ ਗੈਟ ਦਾ ਸੇਮ ਰਿਜ਼ਲਟ ਇਹਦਾ ਮਤਲਬ P ਇਕੁਅਲ ਟੂ ਕੀ ਹੋ ਗਿਆ P ਡੈਸ਼ ਇਹਦਾ ਮਤਲਬ ਬੱਚੋ P ਇਜ਼ ਕੀ ਹੋ ਗਿਆ ਬੇਟਾ ਸਿਮੈਟ੍ਰਿਕ ਓਕੇ P ਸਿਮੈਟ੍ਰਿਕ ਦਾ ਮਤਲਬ ਕਿ ਹਾਫ ਆਫ B plus B ਡੈਸ਼ ਜਿਹੜਾ ਵਾ ਉਹ ਤੁਹਾਡਾ ਪ੍ਰੂਵ ਹੋ ਗਿਆ ਮਤਲਬ ਨੰਬਰ 1 ਪ੍ਰੂਵ ਹੋ ਗਿਆ ਕਿ ਉਹ ਕੀ ਹੈ ਉਹ ਸਿਮੈਟ੍ਰਿਕ ਹੈ ਨੈਕਸਟ ਹੈ ਬੇਟਾ B minus B dash ਕਰਾਂਗੇ ਜਿੱਦਾਂ ਬੇਟਾ ਮੈਂ ਕੱਲ ਪਿਛਲੀ ਵੀਡੀਓ 'ਚ ਐਕਸਪਲੇਨ ਕੀਤਾ ਸੀ ਦੋਨੋਂ ਸਾਈਡਸ ਤੇ ਹਾਫ ਨਾਲ ਮਲਟੀਪਲਾਈ ਕਰ ਦਾਂਗੇ ਔਰ ਉਹਨੂੰ ਆਪਾਂ ਸੈਕਿੰਡ ਨੰਬਰ ਅਸਾਈਨ ਕਰ ਦਾਂਗੇ ਔਰ ਬੱਚੋ ਉਹਦਾ ਆਪਾਂ ਲੈਟ ਕਰ ਲੈਂਦੇ ਹਾਂ ਕਿ that is equal to Q Q means half of B minus B dash we discuss its nature ਕਿ ਪ੍ਰੂਵ ਕਰਨਾ ਕਿ ਇਹ ਕੀ ਹੈ ਜਾਂ ਸ਼ੋ ਕਰਨਾ ਕਿ ਇਹ ਸਕਿਊ ਸਿਮੈਟ੍ਰਿਕ ਹੈ ਉਹਦੇ ਲਈ ਬੱਚੋ ਮੈਂ ਟਰਾਂਸਪੋਜ਼ ਫਾਈਂਡ ਕਰਾਂਗਾ Q ਦਾ ਬਾਈ ਚੇਂਜਿੰਗ ਰੋਜ਼ ਟੂ ਕਾਲਮ ਜਦ ਬੇਟਾ ਤੁਹਾਨੂੰ ਨਜ਼ਰ ਆ ਰਿਹਾ ਕਿ Q and Q dash are not same that is not symmetric but ਹੁਣ ਮੈਂ ਕੀ ਕਰਾਂਗਾ ਮਾਈਨਸ ਕਾਮਨ ਲੈਣਾ Q ਡੈਸ਼ ਚੋਂ ਮਾਈਨਸ ਕਾਮਨ ਕਰਨ ਦਾ ਮਤਲਬ ਹੁੰਦਾ ਕਿ ਸਾਰੇ ਐਲੀਮੈਂਟਸ ਦੇ ਸਾਈਨ ਚੇਂਜ ਹੋ ਜਾਣ ਓਕੇ ਹੁਣ ਬੱਚੋ ਤੁਸੀਂ ਨੋਟ ਕਰਨਾ ਕਿ Q ਡੈਸ਼ ਇਕੁਅਲ ਟੂ ਮਾਈਨਸ ਕਾਮਨ ਕਰਨ ਤੋਂ ਬਾਅਦ ਜੋ ਸਾਡੇ ਕੋਲ ਮੈਟ੍ਰਿਕਸ ਡਿਵੈਲਪ ਹੋਈ ਹੈ ਓਕੇ that is exactly equal to Q okay तो मैच करके देख सकते हो फर्स्ट रो 0 -1 -5 सेकंड रो 1 0 6 और थर्ड रो 5 -6 0 यानी कि कह सकते हैं Q डैश इक्वल टू -हाफ और जो अगे साडे कोल तैयार हुई है मैट्रिक्स दैट इज एग्जैक्टली इक्वल टू Q जो आप लिख देंगे Q डैश इक्वल टू -हाफ माइनस और माइनस तो बाद जो आया दैट इज इक्वल टू की बच्चों Q डैश इक्वल टू की बच्चों प्रूव हो गया -Q Q डैश इक्वल टू नेगेटिव और बाकी जो मैट्रिक्स है दैट इज एग्जैक्टली इक्वल टू Q तो बच्चों आप लिखांगे Q इज स्क्यू सिमेट्रिक Q इज स्क्यू सिमेट्रिक का मतलब हाफ ऑफ B minus B dash ਜਿਹੜਾ ਵਾ ਉਹ ਕੀ ਪ੍ਰੂਵ ਹੋ ਗਿਆ ਸਕਿਊ ਸਿਮੈਟ੍ਰਿਕ ਇਹ ਬੇਟਾ ਸੈਕਿੰਡ ਪਾਰਟ ਹੋ ਗਿਆ ਸਾਡੀ ਮੈਟ੍ਰਿਕਸ B ਦਾ ਲਾਸਟ ਸਟੈਪ ਕਰਨ ਤੋਂ ਪਹਿਲਾਂ ਬੇਟਾ ਮੈਂ ਇੱਕ ਵਾਰੀ ਸਾਰਾ ਸਮ ਰਿਪੀਟ ਕਰ ਰਿਹਾ ਲਾਸਟ ਟਾਈਮ
सब तो पहले बच्चों जिहड़ी भी मैट्रिक्स दी होएगी जिन्होंने एक्सप्रैस करना है एज ए सम ऑफ सिमेट्रिक एंड स्क्यू सिमेट्रिक ਉਹਦਾ ट्रांसपोज फाइंड करना b प्लस b डैश कर लेना हाफ नाल मल्टीप्लाई कर लेना नंबर 1 ਨੂੰ ਅਸਾਈਨ ਕਰ ਦੇਣਾ ਹਾਫ ਆਫ b प्लस b डैश ਨੂੰ ਹੀ ਲੈਟ ਕਰ ਲੈਣਾ p ਦੇ ਇਕੁਅਲ ਉਹਦਾ ट्रांसपोज फाइंड कर लेना p डैश आ जाएगा और देखोगे तुसी कि p डैश ਦੇ ਬਰਾਬਰ आ गया ओके p इक्वल टू p डैश ਦਾ मतलब p इज सिमेट्रिक मीनस कि साडा नंबर 1 है हाफ ऑफ p हाफ ऑफ b प्लस b डैश वो प्रूव हो गया कि वो सिमेट्रिक है बच्चों सैकेंड स्टेज है ਆਪਾਂ फाइंड करांगे b माइनस b डैश ਉਹਨੂੰ हाफ नाल मल्टीप्लाई करांगे और बच्चों ਉਹਨੂੰ नंबर 2 असाइन करता ਜਿਹੜਾ ਸੈਕਿੰਡ ਪਾਰਟ ਹੈ ਇਹਦੀ ਨੇਚਰ ਵੀ ਡਿਸਕਸ ਕੀਤੀ ਜਾਣੀ ਹੈ ਕਿ ਇਹ ਸਕਿਊ ਸਿਮੈਟ੍ਰਿਕ ਹੈ ਉਹਦੇ ਲਈ ਬੱਚੋਂ ਆਪਾਂ ਨੂੰ q ਦਾ ਨਾਮ ਦੇ ਦਿੱਤਾ ਉਹਦਾ ਟਰਾਂਸਪੋਜ਼ ਫਾਈਂਡ ਕਰ ਲਿਆ और q ਡੈਸ਼ ਵਿੱਚੋਂ माइनस कॉमन कर लिया q डैश चो माइनस कॉमन करने नाल सारे एलिमेंट्स से साइन चेंज हो गए और माइनस तो बाद जी वो मैट्रिक्स डिवेलप हुई है दैट इज एग्जैक्टली इक्वल टू q यानी कि आप कह सकते हैं कि q डैश जड़ा वा इक्वल टू माइनस q मतलब कि जड़ा q है मीनस कि हाफ ऑफ b माइनस b डैश है वो की बच्चों स्क्यू सिमेट्रिक है साढ़े बेटा दोनों पार्ट्स तैयार ने एक पार्ट है हाफ ऑफ b प्लस b डैश which is symmetric number 1 and second part is half of b minus b dash number 2 that is skew symmetric और बेटा लास्ट स्टेप है आप एक एज ए फॉर्मूला याद करना है b इक्वल टू हाफ ऑफ b प्लस b डैश प्लस हाफ ऑफ b माइनस b डैश दैट इज अ फॉर्मूला फॉर एक्सप्रेसिंग ए मैट्रिक्स एज ए सम ऑफ सिमेट्रिक एंड स्क्यू सिमेट्रिक यह पार्ट आप पहले ही प्रूव कर चुके हैं नंबर 1 कि ये सिमेट्रिक है यह पार्ट आप प्रूव कर चुके हैं स्क्यू सिमेट्रिक है बस दोनों आपस में की कर देना प्लस एंड दैट इज द एक्सप्रेशन फॉर द मैट्रिक्स बी एज ए सम ऑफ सिमेट्रिक एंड स्क्यू सिमेट्रिक बच्चों 11 सम ਨੂੰ ਕਰਨ ਤੋਂ ਪਹਿਲਾਂ ਇੱਕ ਤੁਹਾਨੂੰ ਮੈਂ ਸਟੈਂਡਰਡ ਰਿਜ਼ਲਟ ਜਿਹੜਾ ਵਾ ਉਹ ਐਕਸਪਲੇਨ ਕਰਾਂਗਾ ਮੰਨ ਲਓ ਇੱਕ ਮੈਟ੍ਰਿਕਸ AB ਹੈ ਉਹਦਾ ਆਪਾਂ ਟਰਾਂਸਪੋਜ਼ ਫਾਈਂਡ ਕਰਦੇ ਹਾਂ then its result will be ਆਪਾਂ as a question ਵੀ ਪ੍ਰੂਵ ਕਰ ਚੁੱਕੇ ਹਾਂ AB dash equal to b dash into a dash उसी तरह बेटा ab द ट्रांसपोज इक्वल टू आ जाएगा bt at ओके जहाँ इन्हों इदा भी कह सकते हैं ab dash इक्वल टू की होएगा b dash into a dash और मान लो आप ba दा ट्रांसपोज फाइंड करांगे तो उदा बेटा आंसर क्या आएगा a dash into b dash 11 सम बच्चों we are given a and b आर सिमेट्रिक मैट्रिक्स ऑफ सेम ऑर्डर सानू गिवन है कि a इक्वल टू a डैश एंड b इक्वल टू b डैश वो बच्चों क्यों क्योंकि a एंड b आर बोथ सिमेट्रिक ओके a इक्वल टू a डैश एंड b इक्वल टू b डैश एंड वी हैव टू डिस्कस जब वी हैव टू फाइंड द नेचर ऑफ ab माइनस b दी नेचर दसनी है कि स्क्यू सिमेट्रिक है जीरो मैट्रिक्स है सिमेट्रिक है की है ओके बच्चों पहले आप सिमेट्रिक या स्क्यू सिमेट्रिक बारे डिस्कस करके देखते हैं और ए बी माइनस बी ए दी नेचर आइदर इट इज सिमेट्रिक और स्क्यू सिमेट्रिक किदा पता लगेगा यदा आप डैश फाइंड करके देखांगे ए बी माइनस बी ए दा होल द डैश देखने की बनता यदा बच्चों फर्स्ट स्टेप ए बी डैश माइनस बी ए डैश और बच्चों जिदा तो मैं थोड़ी देर पहले एक्सप्लेन किया ए बी डैश का रिजल्ट की बनेगा बी डैश ए डैश माइनस बी ए दा डैश की बनेगा ए डैश बी डैश और जिदा तुम गिवन है बच्चों कि बी डैश इक्वल टू बी है एंड ए डैश इक्वल टू ए है बच्चों बी डैश नु बी कह सकते हैं ए डैश नु ए कह सकते हैं इट इज गिवन ए बी बोथ आर सिमेट्रिक मैट्रिक्स इतने बच्चों ए डैश ए आ जाएगा बी डैश बी आ जाएगा आप बच्चों ए बी माइनस बी ए दा ट्रांसपोज फाइंड किया साढ़े को ए बी माइनस बी ए नहीं आया ओके मैं ये माइनस कॉमन करके देखना की बनता जो बच्चा मैं माइनस कॉमन करांगा माइनस तो बाद ए बी माइनस बी आ गया ओके तो बेटा की प्रूव हो गया जो कुछ सिमेट्रिक होंगे मान लो ए इज ए सिमेट्रिक दैन ए इक्वल टू ए डैश होंगे इफ ए इज स्क्यू सिमेट्रिक दैन ए इक्वल टू माइनस ए डैश होंगे ਜਾਂ कह लो ए डैश इक्वल टू माइनस ए होंगे इतने बच्चों की होया जो मैं ए बी माइनस बी ए का ट्रांसपोज फाइंड किया वी गेट ए बी माइनस बी ए
बट वो बाहर की आ रही है माइनस। इट इंप्लाइज बच्चों की कह सकते हैं ए बी माइनस बी ए इज की बेटा स्क्यू सिमेट्रिक। ओके और ये बेटा 4 ऑप्शंस ने ਇਹਦੇ ਚੋਂ ए ऑप्शन इज द राइट आंसर। ओके सेम बेटा ਦੇ ਨਾਲ ਦਾ ਸਾਹਮਣੇ ਉਹਦੇ ਚ ए बी प्लस ਸ਼ਾਇਦ ਐਗਜ਼ਾਮਪਲ ਹੋਏਗੀ ਬੁੱਕ ਚੋਂ ਚੈੱਕ ਕਰਨਾ। ਉਹਦੇ ਚ ਤੁਹਾਡੇ ਕੋਲ ਨੇਚਰ ਮੰਗੀ ਜਾਏਗੀ ए बी प्लस बी। ओके ए बी प्लस बी ए ਬਾਰੇ ਪੁੱਛਿਆ ਜਾਏਗਾ ਕਿ ਦੱਸੋ ਸਿਮੈਟ੍ਰਿਕ ਹੈ ਕਿ ਸਕਿਊ ਸਿਮੈਟ੍ਰਿਕ ਹੈ। बेटा सेम ਆਪਾਂ ਇਹਦਾ ਡੈਸ਼ ਫਾਈਂਡ ਕਰਾਂਗੇ ਯਾਨੀ ਕਿ ਟਰਾਂਸਪੋਜ਼ ਫਾਈਂਡ ਕਰਾਂਗੇ। ए बी डैश ਇਹਦਾ ਰਿਜ਼ਲਟ ਆਏਗਾ ए बी ਹੋਲ ਡੈਸ਼ प्लस बी ए होल डैश। बच्चों ए बी डैश ਨੂੰ ਫਰਦਰ ਕਿਵੇਂ ਲਿਖ ਸਕਦੇ ਹਾਂ बी डैश ए डैश और बी ए डैश ਨੂੰ ਬੱਚੋ ਫਰਦਰ ਕਿਦਾਂ ਲਿਖ ਸਕਦੇ ਹਾਂ ए डैश बी डैश और ਬੱਚੋ बी डैश ਨੂੰ b ਕਹਿ ਸਕਦੇ ਹਾਂ ए डैश ਨੂੰ a ਕਹਿ ਸਕਦੇ ਹਾਂ ਕਿਉਂਕਿ ਸਾਨੂੰ ਗਿਵਨ ਹੈ b डैश इक्वल टू b a डैश इक्वल टू a both a and b are symmetric a डैश a b डैश b और b a plus a b ਨੂੰ ਬੱਚੋ a b plus b a ਵੀ ਲਿਖਿਆ ਜਾ ਸਕਦਾ। ओके बच्चों ਹੁਣ बेटा चेक करना ए बी प्लस बी ए का ट्रांसपोज फाइंड किया एंड वी गेट इक्वल टू ए बी प्लस बी ए इट मीन सेम आ गया। इसका मतलब कि अही की लिख सकते हैं ए बी प्लस बी ए इज सिमेट्रिक। 3.3 एक्सरसाइज है बेटा लास्ट सम है। वी हैव ए मैट्रिक्स ए 2 rows 2 column and we have given a plus a dash equal to identity matrix। बच्चों वेरी सिंपल we have a equal to 2 rows 2 column। फर्स्ट ऑफ ऑल बेटा मैं इसका ट्रांसपोज फाइंड करांगा बाय चेंजिंग rows to column। now according to statement बच्चों a plus a dash equal to identity matrix। it implies a plus a dash equal to I। I means 2 rows 2 column 1 0 0 1। it implies बच्चों मैट्रिक्स टू मैट्रिक्स ऐड कर रहे हैं cos alpha 2 cos alpha minus sin alpha plus sin alpha 0 here also 0 cos alpha plus cos alpha 2 cos alpha equal to same। it implies बच्चों दोनों मैट्रिक्स 2 क्रॉस 2 बोथ आर इक्वल कॉरस्पॉन्डिंग एलिमेंट इक्वल होंगे a11 इक्वल टू a11 2 cos alpha इक्वल टू 1 cos alpha इक्वल टू हाफ। बच्चों तुहानू ट्रिग्नोमेट्रिकल वैल्यूज पता होनी है टेबल आंदा होएगा ਆਪਾਂ 10th ਚ ਵੀ ਕੀਤਾ cos alpha equal to half ਤੇ alpha equal to ਬੱਚੋ ਬਣ ਗਿਆ pi by 3 because 60 degree cos 60 degree ਜਿਹੜਾ ਉਹ ਹਾਫ ਹੁੰਦਾ alpha ਦੀ ਵੈਲਿਊ ਕਿਹੜੀ ਬਣੀ ਬੱਚੋ pi by 3। we have 4 options and the right answer is B pi by 3। ਇਹ ਬੱਚੋ ਮੇਰੇ ਕੋਲ ਐਕਸਰਸਾਈਜ਼ 3.3 ਕੰਪਲੀਟ ਹੈ। ਮੈਂ ਤੁਹਾਨੂੰ WhatsApp ਤੇ ਇੱਕ ਟੈਸਟ ਸੈਂਡ ਕਰਾਂਗਾ ਤੁਸੀਂ ਬੜਾ ਸੋਲਵ ਟੈਸਟ ਨੂੰ ਕੰਪਲੀਟ ਕਰਕੇ ਮੈਨੂੰ ਉਹਦੇ ਸਕਰੀਨਸ਼ਾਟ ਸੈਂਡ ਕਰਨੇ ਆ। ਓਕੇ ਤੇ ਮੈਂ ਤੁਹਾਨੂੰ ਉਹਦਾ ਜਿਹਨੂੰ ਕਹਿੰਦੇ ਆਪਾਂ ਕਿ ਮੈਂ ਵੀ ਟੈਸਟ ਸੋਲਵ ਕਰਕੇ ਮੈਂ ਤੁਹਾਨੂੰ ਉਹਦਾ ਸੋਲੂਸ਼ਨ ਸੈਂਡ ਕਰਾਂਗਾ। ਤੁਸੀਂ ਆਪਣੇ ਆਪ ਦੇਖਣਾ ਕਿ ਤੁਹਾਡਾ ਟੈਸਟ ਵਿੱਚੋਂ ਕਿੰਨੇ ਨੰਬਰ ਬਣਦੇ ਆ। ਓਕੇ ਆਪਣੇ ਮਾਰਕਸ ਤੁਸੀਂ ਆਪੇ ਲਗਾਣੇ ਆ। ਓਕੇ ਜਿੰਨ ਚਿਰ ਤੱਕ ਬੇਟਾ ਲੋਕਡਾਊਨ ਹੈ ਇਸ ਤਰ੍ਹਾਂ ਹੀ ਸਾਨੂੰ ਕਰਨਾ ਪੈਣਾ ਸਿਲੇਬਸ ਤੇ ਤੁਸੀਂ ਹੁਣ ਰਿਵਾਈਜ਼ ਕਰ ਲਓ 3.1 ਤੋਂ ਲੈ ਕੇ ਤੇ 3.3 ਤੱਕ with examples and with all definitions।